ਗਾਜਰ ਦਾ ਹਲਵਾ ਹੈ, ਉਹਦੇ ਵਿੱਚ ਦੇਸੀ ਘਿਓ ਪਾਇਆ ਜਾਂਦਾ, ਸਰਦੀਆਂ ਦੀ ਸੁਗਾਤ ਹੈ, ਜਾਂ ਪਤਾ ਨਹੀਂ ਨਾਨਕਾ ਪਿਆਰ ਉਹਦੇ ਵਿੱਚ ਪਾਇਆ ਜਾਂਦਾ ਸੀ। ਨਾ ਹੀ ਉਹ ਖਾਣ ਵਾਲੇ ਰਹੇ ਅਤੇ ਨਾ ਹੀ ਉਹ ਰਸਮਾਂ ਰਿਵਾਜ਼ਾਂ ਰਹੀਆਂ ਜਿਨ੍ਹਾਂ 'ਤੇ ਉਹ ਬਣਾਈਆਂ ਜਾਂਦੀਆਂ ਸਨ। ਅਤੇ ਕੁਝ ਹੈ ਜੇ ਹੈ ਨੇ ਬਟੂੰਡਾ, ਟਾਂਗਰ ਅਤੇ ਰੇਵੜੀਆਂ ਜਾਂ ਪੁਰਾਣੇ ਜਿਹੜੇ ਨਾਈ ਹੁੰਦੇ ਸਨ ਨਾ, ਨਾਈ ਜਿਹੜੇ ਦੇਗਾਂ ਪਕਾਉਂਦੇ ਸਨ। ਅੱਜ ਕੱਲ੍ਹ ਦੇ ਕੁੱਕ ਅਤੇ ਸ਼ੈਫ ਨੇ ਨਾ, ਉਦੋਂ ਨਾਈ ਹੁੰਦੇ ਸਨ, ਉਹ ਦੇਗਾਂ ਪਕਾਉਂਦੇ, ਉਹ ਬਣਾਉਣਾ ਜਾਣਦੇ ਨੇ ਜਾਂ ਜਾਣਦੇ ਸਨ, ਜਾਂ ਫਿਰ ਪੁਰਾਣੀਆਂ ਮਾਈਆਂ। ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਹਾਂ ਪੰਜਾਬੀ ਦੀਆਂ ਉਹ ਸੁਗਾਤਾਂ ਜਿਹੜੀ ਸਾਡੇ ਪੰਜਾਬ, ਜਿਹੜੇ ਸਾਡਾ ਲਹਿੰਦਾ ਪੰਜਾਬ ਹੋਵੇ ਅਤੇ ਭਾਵੇਂ ਸਾਡਾ ਚੜ੍ਹਦਾ ਪੰਜਾਬ ਹੋਵੇ, ਉਹਦੇ ਪੰਜਾਬ ਦੇ ਵਿੱਚ ਜਿਹੜੀਆਂ ਮਿਠਾਈਆਂ ਨੇ ਅਤੇ ਖਾਸ ਜਿਹੜੇ ਮੌਕੇ ਨੇ, ਰਸਮ ਅਤੇ ਰਿਵਾਜ ਨੇ, ਉਹਨਾਂ ਦੇ ਜਿਹੜੀਆਂ ਮਿਠਾਈਆਂ ਬਣਾਈਆਂ ਜਾਂਦੀਆਂ ਨੇ ਜਾਂ ਖਾਧੀਆਂ ਜਾਂਦੀਆਂ ਨੇ ਜਾਂ ਖਵਾਈਆਂ ਜਾਂਦੀਆਂ ਨੇ। ਅੱਜ ਦੀ ਵੀਡੀਓ ਵਿੱਚ ਅਸੀਂ ਉਹ ਗੱਲਾਂ ਕਰਾਂਗੇ ਮਿਠਾਈਆਂ ਦੀਆਂ ਜਿਹੜੀਆਂ ਹੁਣ ਪੁਰਾਣੀਆਂ ਹੋ ਗਈਆਂ ਨੇ, ਜਾਂ ਇਹ ਕਹਿ ਸਕਦੇ ਹੋ ਕਿ ਮੁੱਕ ਗਈਆਂ ਨੇ। ਉਹਨਾਂ ਵਿੱਚ ਕੁਝ ਮਿਠਾਈਆਂ ਦੀਆਂ ਅੱਜ ਕੱਲ੍ਹ ਨਹੀਂ ਲੱਭਦੀਆਂ, ਨਾ ਹੀ ਉਹ ਬਣਾਉਣ ਵਾਲੇ ਰਹੇ, ਨਾ ਹੀ ਉਹ ਖਾਣ ਵਾਲੇ ਰਹੇ, ਅਤੇ ਨਾ ਹੀ ਉਹ ਰਸਮਾਂ ਰਿਵਾਜ਼ਾਂ ਰਹੀਆਂ ਜਿਨ੍ਹਾਂ 'ਤੇ ਉਹ ਬਣਾਈਆਂ ਜਾਂਦੀਆਂ ਸਨ। ਅਤੇ ਕੁਝ ਹੈ ਜੇ ਹੈ ਨੇ ਉਹ ਤੁਸੀਂ ਖਾ ਸਕਦੇ ਜੇ। ਅਤੇ ਅੱਜ ਦੀ ਵੀਡੀਓ ਵਿੱਚ ਮੈਂ ਤਫਸੀਲ ਨਾਲ ਉਹਨਾਂ ਸਾਰੀਆਂ ਮਿਠਾਈਆਂ ਦਾ ਜ਼ਿਕਰ ਕਰਾਂਗਾ ਜਿਹੜੀਆਂ ਸਾਡੀਆਂ ਅੱਜ ਤੋਂ 10, 20, 30 ਸਾਲ ਪੁਰਾਣੀਆਂ ਨੇ। ਅਤੇ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਇਹਨੂੰ ਸਬਸਕ੍ਰਾਈਬ ਕਰ ਲਓ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਟਿਕੜੇ। ਟਿਕੜੇ ਜਿਹੜੇ ਨੇ ਸਾਡੇ ਪੰਜਾਬ ਦੇ ਵਿੱਚ ਮਾਵਾਂ ਉਹ ਬਣਾਉਂਦੀਆਂ ਸਨ ਆਪਣੀਆਂ ਧੀਆਂ ਨੂੰ ਸਾਲ ਵਿੱਚ ਇੱਕ ਰੋਟੀ ਦੇਣੀ ਆਉਂਦੀਆਂ ਸਨ, ਅਤੇ ਉਦੋਂ ਟਿਕੜੇ ਬਣਾਉਂਦੀਆਂ ਸਨ। ਉਹ ਟਿਕੜੇ ਕਿਵੇਂ ਬਣਦੇ ਸਨ? ਪਹਿਲੇ ਜਨਾਬ ਬਰਨ ਜਿਹੜੇ ਨੇ ਉਹ ਵਿਹੜੇ ਵਿੱਚ ਵਿਛਾਏ ਜਾਂਦੇ ਸਨ, ਮੰਜੀਆਂ ਨੂੰ ਵਿਛਾਈਆਂ ਜਾਂਦੀਆਂ, ਫਿਰ ਪੇਟੀਆਂ ਵਿੱਚੋਂ ਦੁਬਾਰਾ ਨਵੀਆਂ ਕੱਢੀਆਂ ਜਾਂਦੀਆਂ, ਉਹਨਾਂ ਨੂੰ ਉੱਤੇ ਵਿਛਾਇਆ ਜਾਂਦਾ, ਬੜ ਟਿਕੜੇ ਵੇਲੇ ਜਾਂਦੇ ਅਤੇ ਸਾਰੀਆਂ ਮੰਜੀਆਂ ਉੱਤੇ ਜਿਹੜੇ ਨਾਲ ਟਿਕੜਿਆਂ ਨੂੰ ਵਿਛਾਇਆ ਜਾਂਦਾ। ਜਦੋਂ ਟਿਕੜੇ ਧੋਤੇ ਸੁੱਕ ਜਾਂਦੇ, ਉਹ ਉਹਨਾਂ ਨੂੰ ਉਤਰਿਆ ਜਾਂਦਾ ਸੀ, ਤਲ ਕੇ ਉਹਨਾਂ ਦੇ ਜੋਟੇ ਬਣਾਏ ਜਾਂਦੇ ਸਨ। ਜੋਟੇ ਨੂੰ ਕਰਾਂ ਵੀ ਆਏ ਜਿਹੜੇ ਕਿ ਜੋੜਾ ਦੋ ਜੋੜੇ ਨੇ, ਇਸਦਾ ਯਾਨੀ 2 ਟਿਕੜੇ ਜਿਹੜੇ ਨੇ ਉਹ ਇਹਨੂੰ ਇੱਕ ਗਿਣਿਆ ਜਾਂਦਾ ਸੀ। ਇਸ ਤਰ੍ਹਾਂ 21 ਦੀ ਜੋੜੀ, 42 ਦੀ ਜੋੜੀ, 20 ਦੀ ਜੋੜੀ, 10 ਦੀ ਜੋੜੀ, ਯਾਨੀ ਮੈਂ ਆਪਣੀ ਬੇਟੀ ਨੂੰ ਜਾ ਕੇ ਦੇਣਾ, ਅਤੇ ਮਾਮਾ ਸਾੜੀਆਂ ਚੁੱਕਤੇ ਉਹਨੂੰ ਬੰਨ੍ਹ ਕੇ ਸਿਰ 'ਤੇ ਤੁਰ ਪੈਂਦੀਆਂ ਸਨ, ਆਪਣੀਆਂ ਧੀਆਂ ਨੂੰ ਜਾ ਕੇ ਉਹ ਦਿੰਦੀਆਂ ਸਨ। ਅਤੇ ਜਿਹੜੇ ਉਹਦੇ ਸਸੁਰਾਲ ਵਾਲੇ ਹੁੰਦੇ ਸਨ, ਉਹਨਾਂ ਦੇ ਵਿੱਚ ਉਸ ਧੀ ਨੂੰ ਸ਼ਾਹੀ ਹੁੰਦੀ ਸੀ, ਉਹ ਚੌੜੀ ਹੁੰਦੀ ਸੀ ਕਿ ਮੇਰੇ ਮਾਂ ਪਿਓ ਪਿੱਛੋਂ ਆਏ ਨੇ ਰੋਟੀ ਮੇਰੀ ਲੈ ਕੇ, ਅਤੇ ਉਹਨੂੰ ਇੰਨਾ ਫਖਰ ਤੇ ਮਾਣ ਹੁੰਦਾ ਸੀ, ਅਤੇ ਉਡੀਕ ਹੁੰਦੀ ਸੀ ਉਸ ਦਿਨ ਦੀ ਕਿ ਮੇਰੇ ਵਾਸਤੇ। ਮੈਨੂੰ ਯਾਦ ਹੈ ਕਿ ਮੇਰੀ ਵਾਲਦਾ ਜਿਹੜੀ ਸੀ, ਮੇਰੀ ਅੰਮੀ ਵੀ ਟਿਕੜੇ ਬਣਾਉਂਦੀ ਸੀ, ਪਰ ਜਿਹੜੇ ਟਿਕੜੇ ਮੇਰੀ ਨਾਨੀ ਲੈ ਕੇ ਆਉਂਦੀ ਸੀ ਨਾ, ਉਹ ਬੜੇ ਮਜ਼ੇਦਾਰ ਹੁੰਦੇ ਸਨ। ਅਸੀਂ ਕਿੰਨੇ ਦਿਨ ਉਹ ਟਿਕੜੇ ਖਾਂਦੇ ਰਹੇ, ਜਿਸ ਤਰ੍ਹਾਂ ਸਕੂਲ ਵੀ ਲੈ ਕੇ ਜਾਂਦੇ ਸਾਂ, ਕਿਉਂ ਉਹ ਟੁਕੜੇ ਜਿਹੜੇ ਨੇ ਉਹ ਨਰਮ ਹੁੰਦੇ ਸਨ, ਸੌਫਟ ਤੇ ਬੜੇ ਹੁੰਦੇ ਸਨ। ਪਤਾ ਨਹੀਂ ਉਹ ਆਟੇ ਬਣਾਉਂਦੇ ਸੀ ਅਤੇ ਮੇਰੀ ਮਾਂ ਮੈਦੇ ਦੀ ਬਣਾਉਂਦੀ ਸੀ, ਕਿ ਪਤਾ ਨਹੀਂ ਉਹਦੇ 'ਚ ਕੀ ਗੱਲ ਹੁੰਦੀ ਸੀ, ਜਾਂ ਪਤਾ ਨਹੀਂ ਨਾਨਕਾ ਪਿਆਰ ਉਹਦੇ ਵਿੱਚ ਪਾਇਆ ਜਾਂਦਾ ਸੀ। ਅਤੇ ਸਾਨੂੰ ਉਹ ਟਿਕੜੇ ਨਾਨੀ ਦੇ ਜ਼ਿਆਦਾ ਪਸੰਦ ਸੀ ਸਾਡੀ ਮਾਂ ਨਾਲੋਂ। ਇਹਦਾ ਮਤਲਬ ਹੈ ਵੀ ਦੂਜੀ ਗੱਲ ਵੀ ਹੋ ਸਕਦੀ ਕਿ ਸਾਡੀ ਮਾਂ ਨੂੰ ਸਾਡੀ ਨਾਨੀ ਵਰਗੇ ਬਣਾਉਂਦੇ ਰਹਾਂਦੇ ਹੋਣ। ਇਹਦਾ ਮਤਲਬ ਇਹ ਹੈ ਕਿ ਅੱਜ ਦੀ ਜਿਹੜੀਆਂ ਔਰਤਾਂ ਨੇ ਉਹ ਤਾਂ ਫਿਰ ਉਹਨਾਂ ਨੂੰ ਮਜ਼ੀਦ ਟਿਕੜੇ ਤਾਂ ਬਣਾ ਲੈਣ ਗਿਆ, ਪਰ ਉਹ ਸਵਾਦ ਉਹਨਾਂ ਵਿੱਚ ਨਹੀਂ ਆ ਰਿਹਾ। ਅਤੇ ਇਸੇ ਤਰ੍ਹਾਂ ਅਗਰ ਤੁਸੀਂ ਟਿਕੜੇ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੱਭਣੀਆਂ ਬੜੀਆਂ ਨਾਨੀਆਂ ਅਤੇ ਦਾਦੀਆਂ, ਉਹ ਪੁਰਾਣੀਆਂ ਸਮਾਣੀਆਂ, ਉਹ ਕੋਈ ਪੁਰਾਣੀਆਂ ਸਮਾਣੀਆਂ ਤੁਹਾਨੂੰ ਟਿਕੜੇ ਉਹ ਵਾਲੇ ਬਣਾ ਕੇ ਖਵਾ ਸਕਦੀਆਂ ਨੇ, ਅਤੇ ਉਹ ਬਣਾਉਣੀਆਂ ਜਾਣਦੀਆਂ ਨੇ। ਅਗਲੀ ਗੱਲ ਕਰੀਏ ਅਸੀਂ ਪੰਜਾਬ ਦੀ ਸਾਡੀ ਜਿਹੜੀ ਸੁਗਾਤ ਹੈ ਉਹ ਹੈ ਜੀ ਪਿੰਨੀਆਂ। ਪਿੰਨੀਆਂ ਜਿਹੜੀਆਂ ਨੇ ਉਹ ਕਹਿੰਦੇ ਕਿ ਲੱਡੂ ਜਿਹੜਾ ਹੁੰਦਾ, ਲੱਡੂ ਤਰ੍ਹਾਂ ਨੂੰ ਵੱਟੇ ਜਾਂਦੇ ਆ, ਅਤੇ ਚੀਨੀ ਦੀ ਜਿਹੜੀ ਚਾਸ਼ਨੀ ਹੈ ਉਹ ਬਣਾਈ ਜਾਂਦੀ ਹੈ, ਫਿਰ ਉਹਨੂੰ ਮਿਕਸ ਕੀਤਾ ਜਾਂਦਾ, ਸੂਜੀ ਨੂੰ ਭੁੰਨਿਆ ਜਾਂਦਾ, ਫਿਰ ਉਹਨੂੰ ਮਿਕਸ ਕੀਤਾ ਜਾਂਦਾ, ਫਿਰ ਉਹਦੇ ਉੱਤੇ ਜਿਹੜਾ ਗਾਰਨਿਸ਼ ਵਾਸਤੇ ਗਰੀ ਜਿਹੜੀ ਹੈ ਉਹ ਐਡੀ ਲੰਮੀ ਉਹਦੇ ਉੱਤੇ ਲਾ ਕੇ ਅਤੇ ਉਹ ਬਣਾਈ ਜਾਂਦੀ ਹੈ। ਇੱਕ ਪਿੰਨੀ ਤਕਰੀਬਨ 1.5 ਅੱਧਾ ਕਿਲੋ ਦੀ ਪਿੰਨੀ ਬਣਦੀ ਹੈ, ਯਾਨੀ ਕਿ 5-6 ਲੱਡੂ ਬਣਾ ਕੇ ਅਤੇ ਇੱਕ ਪਿੰਨੀ ਬਣਦੀ ਹੈ। ਅਤੇ ਉਹ ਪਿੰਨੀਆਂ ਬਣਾ ਕੇ ਜੋ ਉਹ 5-7 ਪਰਾਤਾਂ ਜਿਹੜੀਆਂ ਉਹ ਵਰਤੀ ਜਾਂਦੀਆਂ ਸਨ, ਅਤੇ ਹਰ ਪਰਾਤ ਵਿੱਚ 21 ਪਿੰਨੀਆਂ, 21 ਦਾ ਜੋਟਾ ਜਾਂ ਇਸ ਤਰ੍ਹਾਂ ਆਉਂਦੀਆਂ ਸਨ। ਅਤੇ ਸ਼ਾਦੀ ਵਿਆਹ ਦੇ ਵਿੱਚ ਜਿਹੜੇ ਖਾਸ ਮਹਿਮਾਨ ਹੁੰਦੇ ਸਨ, ਪੁੱਤਰ ਹੈ, ਧੀ ਹੈ, ਜਵਾਈ ਹੈ, ਜਾਂ ਕੋਈ ਭੈਣ ਭਰਾ ਹੈ, ਅਤੇ ਚਾਚਾ ਹੈ, ਮਾਮਾ ਹੈ, ਯਾਨੀ ਜਿਹੜੇ ਖਾਸ ਰਿਸ਼ਤੇ ਹੁੰਦੇ ਸਨ, ਉਹ ਜਦੋਂ ਸ਼ਾਦੀ ਅਟੈਂਡ ਕਰਕੇ ਜਾਂਦੇ ਸਨ ਅਤੇ ਉਹਨਾਂ ਨੂੰ ਪਿੰਨੀਆਂ ਦਿੱਤੀਆਂ ਜਾਂਦੀਆਂ ਸਨ
ਕਿਸੇ ਨੂੰ 2 ਜੁੱਟ, ਕਿਸੇ ਨੂੰ 4 ਜੁੱਟਦੇ। ਉਹਨਾਂ ਦੇ ਜਿਹੜੇ ਸਸੁਰਾਲ ਨੇ ਉਹਨਾਂ ਦੇ ਮੁਤਾਬਕ ਕਿੰਨੇ ਪਰ ਫਿਰ ਉਹ ਹਿਸਾਬ ਹੀ ਹੁੰਦੀਆਂ ਨੇ ਪੰਜਾਬੀਆਂ ਸਾ। ਜਦੋਂ ਉਹ ਪਿੰਨੀਆਂ ਲੈ ਕੇ ਆਪਣੇ ਪਿੰਡ ਜਾਂਦੇ ਸਨ ਤੇ ਆਪਣੇ ਸਸੁਰਾਲ ਨੂੰ ਦਿੰਦੇ ਸਨ, ਉਹਨਾਂ ਨੂੰ ਵੀ ਸਸੁਰਾਲ ਵਾਲਿਆਂ ਨੂੰ ਵੀ ਵੇਟ ਹੁੰਦੀ ਸੀ ਵੀ ਇਹ ਬੁਲਾਰੇ ਸ਼ਾਦੀ 'ਤੇ ਗਏ ਨੇ ਤੇ ਸ਼ਾਦੀ ਤੋਂ ਪਿੰਨੀਆਂ ਲੈ ਕੇ ਆਉਣਗੇ। ਉਦੋਂ ਤੇ ਜਿਹੜੀ ਮਿਠਾਈ ਸੀ ਨਾ ਉਹ ਇਹ ਪਿੰਨੀਆਂ ਹੁੰਦੀਆਂ ਸਨ। ਲੇਕਿਨ ਯਾਦ ਰੱਖੋ ਇਹ ਪਿੰਨੀਆਂ ਜਿਹੜੀਆਂ ਨਾ ਇਹ ਹਰ ਕੋਈ ਵੀ ਨਹੀਂ ਬਣਾ ਸਕਦਾ। ਜਾਂ ਪੁਰਾਣੇ ਜਿਹੜੇ ਨਾਈ ਹੁੰਦੇ ਸਨ ਨਾ, ਨਾਈ ਜਿਹੜੇ ਦੇਗਾਂ ਪਕਾਉਂਦੇ ਸਨ, ਅੱਜ ਕੱਲ੍ਹ ਦੇ ਕੋਕ ਤੇ ਸ਼ੈਫ ਨੇ ਨਾ, ਉਦੋਂ ਨਾਈ ਹੁੰਦੇ ਸਨ, ਉਹ ਦੇਗਾਂ ਪਕਾਉਂਦੇ, ਉਹ ਬਣਾਉਣਾ ਜਾਣਦੇ ਜਾਂ ਜਾਣਦੇ ਸਨ, ਜਾਂ ਫਿਰ ਪੁਰਾਣੀਆਂ ਕਮਾਈਆਂ। ਅਗਲੀ ਗੱਲ ਕਰੀਏ ਅਸੀਂ ਪੰਜਾਬ ਦੀ ਸਾਡੀ ਜਿਹੜੀ ਸੁਗਾਤ ਹੈ ਬਰਤਨ ਵਾਲੀਆਂ ਸੇਵੀਆਂ। ਮੰਜੀ ਜਿਹੜੀ ਹੈ ਨਾ, ਮੰਜੀ ਦੇ ਨਾਲ ਜਿਹੜਾ ਬਰਤਨ ਨਾਲ ਲਾ ਕੇ ਛੋਟੀ ਜਿਹੀ ਮਸ਼ੀਨ ਨੂੰ ਲਾ ਕੇ ਤੇ ਸੇਵੀਆਂ ਨੂੰ ਵੱਟੀ ਉੱਤੇ ਉਹ ਮਟੀਰੀਅਲ ਪਾਉਣਾ ਤੇ ਉਹਨੂੰ ਵੱਟ ਚੜਾਉਣਾ ਤੇ ਥੱਲੋਂ ਸੇਵੀਆਂ ਨਿਕਲਦੀਆਂ ਸਨ। ਥੱਲੇ ਬਰਤਨ ਰੱਖਣਾ, ਉਹਦੇ ਵਿੱਚ ਸੇਵੀਆਂ ਨਿਕਲਦੀਆਂ। ਉਹ ਫਿਰ ਸੇਵੀ ਜਿਹੜੀ ਹੈ ਨਾ ਉਹਨਾਂ ਨੂੰ ਸਮਝ ਦੇ ਨਾਲ ਅਸੀਂ ਉਹਦੇ ਉੱਤੇ ਚੀਨੀ ਪਾ ਕੇ, ਚੀਨੀ ਪਾਣੀ, ਘਿਓ ਪਾਉਣਾ ਜਾਂ ਉਹ ਦੁੱਧ ਦੇ ਪਾਣੀਆਂ ਲਈ ਇਹ ਬਰੀਕ ਸੇਵੀਆਂ ਬਹੁਤੀਆਂ ਸੇਵੀਆਂ ਹੁੰਦੀਆਂ ਸਨ ਤੇ ਇਹ ਖਾਣੇ ਸਨ। ਇਹ ਵੀ ਸਾਲ 'ਚ ਤਕਰੀਬਨ ਇੱਕ ਵਾਰੀ ਫੰਕਸ਼ਨ ਆਉਂਦਾ ਸੀ ਤੇ ਉਹਦੇ ਵਿੱਚ ਜਿਹੜਾ ਨਾ ਵੱਟਣੀਆਂ ਸੇਵੀਆਂ, ਇਹ ਵੱਟਣ ਵਾਲੇ ਸੇਵੀ ਜਿਹੜੀ ਨਾ ਘਰਾਂ ਦੇ ਵਿੱਚ ਵੱਟੀਆਂ ਜਾਂਦੀਆਂ ਸਨ। ਤੇ ਇਹ ਨਹੀਂ ਕਿ ਸੇ ਘਰ 'ਚ, ਇਹ ਉਹਨਾਂ ਦੇ ਸਾਰੇ ਘਰ 'ਚ ਹੀ ਸੇਵੀਆਂ ਬਣਦੀਆਂ। ਆਦੀ ਨਾਨੀ ਜਾਂ ਦਾਦੀ ਕੋਲੋਂ ਪੁੱਛੋ ਤੇ ਤੁਹਾਨੂੰ ਦੱਸਣਗੇ ਹਾਂ ਵੱਟਣ ਵਾਲੀਆਂ ਸੇਵੀਆਂ ਹੁੰਦੀਆਂ ਸਨ। ਤੇ ਸਾਡੀ ਜਿਹੜੀਆਂ ਪਿੰਡਾਂ ਦੇ ਵਿੱਚ ਹੱਟੀਆਂ ਹੁੰਦੀਆਂ ਸਨ ਨਾ, ਉਹ ਵੱਟੀਆਂ ਦੇ ਉੱਤੇ ਜੋੜੀ ਭਰ ਕੇ ਦਾਣਿਆਂ ਦੀ ਲੈ ਜਾਣੀ ਜਾਂ ਨਰਮਾ ਲੈ ਕੇ ਜਾਣਾ। ਉਹ ਜਨਾਬ ਭੁੰਦੇ ਥਾਂ ਦੇ ਸਾਹਮਣੇ ਮਰੂੰਡਾ ਦਿੰਦਾ ਸੀ, ਮਰੂੰਡਾ ਟਾਂਗਰ ਤੇ ਰੇਵੜੀਆਂ। ਇਹ ਨਕਦੀ ਮਿਠਾਈਆਂ ਪੰਜਾਬ ਦੀਆਂ ਹੋਰ ਵੀ ਬੜੀਆਂ ਨੇ, ਜਿਵੇਂ ਕਿ ਕਹਿ ਲਓ ਕਿ ਗਾਜਰ ਦਾ ਹਲਵਾ, ਉਹਦੇ ਵਿੱਚ ਦੇਸੀ ਘਿਓ ਪਾਇਆ ਜਾਂਦਾ। ਸਰਦੀਆਂ ਦੀ ਸੁਗਾਤ ਹੈ ਤੇ ਬੜੀਆਂ ਚੀਜ਼ਾਂ ਹੋਰ ਨੇ, ਬੜੀਆਂ ਮਿਠਾਈਆਂ ਹੋਰ ਨੇ ਜਿਹੜੀਆਂ ਸਾਡੇ ਪੰਜਾਬ ਵਿੱਚ ਖਾਦੀਆਂ ਤੇ ਖਾਸ ਐਤਮਾਮ ਕੀਤਾ ਜਾਂਦਾ ਹੈ। ਮੇਰੇ ਚੈਨਲ ਦੇ ਨਵੇਂ ਹੋ ਤੇ ਤੁਸੀਂ ਪੰਜਾਬੀ ਦੀ ਪੁਰਾਣੀਆਂ ਚੀਜ਼ਾਂ ਨੂੰ ਲਵ ਕਰਦੇ ਹੋ ਤੇ ਇਹਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਕਿਉਂਕਿ ਮੈਂ ਤੁਹਾਡੇ ਵਾਸਤੇ ਇਹ ਵਾਲੀ ਵੀਡੀਓ ਬਣਾਉਂਦਾ ਰਹਾਂਗਾ। ਬਹੁਤ ਸ਼ੁਕਰੀਆ।